ਗੁੱਡ ਮਾਰਨਿੰਗ ਸਟੂਡੈਂਟਸ। ਮੈਂ ਹਰਪ੍ਰੀਤ ਕੌਰ ਜੀਓਗ੍ਰਾਫੀ ਲੈਕਚਰਰ ਸਕੂਲ ਆਫ ਐਮੀਨੈਂਸ ਛੇਹਰਟਾ ਦੇ ਵਿੱਚ ਕੰਮ ਕਰ ਰਹੀ ਹਾਂ। ਪਿਆਰੇ ਬੱਚਿਓ, ਅੱਜ ਅਸੀਂ ਆਪਣੀ ਪਿਆਰੀ ਧਰਤੀ ਦਾ ਮਾਡਲ ਗਲੋਬ ਬਾਰੇ ਜਾਣਾਂਗੇ। ਗਲੋਬ ਕੀ ਚੀਜ਼ ਹੈ ਬੱਚਿਓ? ਗਲੋਬ ਧਰਤੀ ਦਾ ਹੀ ਇੱਕ ਮਾਡਲ ਹੈ। ਜਿੱਦਾਂ ਧਰਤੀ ਸਾਨੂੰ ਗੋਲ ਨਜ਼ਰ ਆਉਂਦੀ ਹੈ, ਇਸੇ ਤਰ੍ਹਾਂ ਧਰਤੀ ਨੂੰ ਸਮਝਣ ਲਈ, ਧਰਤੀ ਨੂੰ ਵੇਖਣ ਲਈ ਅਸੀਂ ਇੱਕ ਮਾਡਲ ਤਿਆਰ ਕੀਤਾ, ਜਿਹਨੂੰ ਅਸੀਂ ਗਲੋਬ ਦਾ ਨਾਮ ਦੇ ਦਿੱਤਾ। ਪਿਆਰੇ ਬੱਚਿਓ ਦੇਖੋ, ਗਲੋਬ ਸਾਨੂੰ ਬਿਲਕੁਲ ਧਰਤੀ ਵਾਂਗੂ ਨਜ਼ਰ ਆਉਂਦਾ ਹੈ। ਜਿੱਦਾਂ ਧਰਤੀ ਸੂਰਜ ਵੱਲ ਥੋੜੀ ਜਿਹੀ ਝੁਕੀ ਹੋਈ ਹੈ, ਇਸੇ ਤਰ੍ਹਾਂ ਗਲੋਬ ਦੇ ਵਿੱਚ ਜਿਹੜੀ ਹੈ ਉਹ ਅਸੀਂ ਜਿਹੜਾ ਥੋੜਾ ਜਿਹਾ ਝੁਕਾਪਨ ਜਾਂ ਇੱਕ ਟਿਲਟ ਫਾਰਮ ਜਿਹੜੀ ਹੈ ਗਲੋਬ 'ਚ ਅਸੀਂ ਦੇਖਦੇ ਹਾਂ। ਬੱਚਿਓ, ਜੇ ਅਸੀਂ ਗੱਲ ਕਰੀਏ ਤੇ ਧਰਤੀ ਨੂੰ ਅਸੀਂ ਇੱਕੋ ਵਾਰੀ ਨਹੀਂ ਦੇਖ ਸਕਦੇ। ਧਰਤੀ ਨੂੰ ਸਮਝਣ ਲਈ, ਧਰਤੀ ਨੂੰ ਦੇਖਣ ਲਈ ਵਿਗਿਆਨੀਆਂ ਨੇ ਸਾਨੂੰ ਇੱਕ ਮਾਡਲ ਦਿੱਤਾ, ਜਿਹਨੂੰ ਅਸੀਂ ਗਲੋਬ ਦਾ ਨਾਮ ਦੇ ਦਿੰਦੇ ਹਾਂ। ਧਰਤੀ ਗੋਲ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਧਰਤੀ ਗੋਲ ਹੈ। ਇਸੇ ਤਰ੍ਹਾਂ ਲੇਕਿਨ ਧਰਤੀ ਗੋਲ ਹੋਣ ਦੇ ਨਾਲ ਨਾਲ ਸਿਰਿਆਂ ਤੋਂ ਚਪਟੀ ਵੀ ਹੈ। ਧਰਤੀ ਉੱਤਰ ਅਤੇ ਦੱਖਣ ਤੋਂ ਬਿਲਕੁਲ ਚਪਟੀ ਹੋਈ ਨਜ਼ਰ ਆਉਂਦੀ ਹੈ। ਧਰਤੀ ਦੇ ਅਸੀਂ ਜੇ ਮਹਾਸਾਗਰ, ਮਹਾਦੀਪ ਦੇਖਣੇ ਹੋਣ ਤੇ ਅਸੀਂ ਗਲੋਬ ਦੇ ਵਿੱਚ ਇਹ ਮਹਾਦੀਪ ਅਤੇ ਮਹਾਸਾਗਰ ਚਾਹੇ ਕਿੰਨੇ ਵੀ ਸਾਡੇ ਤੋਂ ਦੂਰ ਨੇ, ਸਾਰੀਆਂ ਦਿਸ਼ਾਵਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਵੇਖ ਸਕਦੇ ਹਾਂ। ਬੱਚਿਓ, ਗਲੋਬ ਰਾਹੀਂ ਅਸੀਂ ਕਿਸੇ ਵੀ ਦੇਸ਼ ਨੂੰ ਜਾਂ ਕਿਸੇ ਵੀ ਮਹਾਦੀਪ ਨੂੰ, ਵੱਖਰੇ ਵੱਖਰੇ ਦੇਸ਼ਾਂ ਨੂੰ ਇੱਕੋ ਵਾਰੀ ਇੱਕੋ ਵਾਰ ਦੇਖ ਸਕਦੇ ਹਾਂ। ਗਲੋਬ ਧਰਤੀ ਨੂੰ ਸਮਝਣ ਲਈ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਹੁਣ ਗਲੋਬ ਨੂੰ ਅਸੀਂ ਕਿੱਦਾਂ ਦੇਖ ਸਕਦੇ ਹਾਂ ਜਾਂ ਗਲੋਬ ਨੂੰ ਅਸੀਂ ਕਿੱਦਾਂ ਸਮਝ ਸਕਦੇ ਹਾਂ, ਧਰਤੀ ਨੂੰ ਕਿੱਦਾਂ ਸਮਝ ਸਕਦੇ ਹਾਂ? ਪਿਆਰੇ ਬੱਚਿਓ, ਸਾਡੇ ਵਿਗਿਆਨੀਆਂ ਨੇ ਧਰਤੀ ਨੂੰ ਸਮਝਣ ਲਈ ਕੁਝ ਰੇਖਾਵਾਂ ਜਿਹੜੀਆਂ ਨੇ ਉਹ ਖਿੱਚੀਆਂ ਨੇ, ਜਿਨ੍ਹਾਂ ਨੂੰ ਅਸੀਂ ਅਕਸ਼ਾਂਸ਼ ਰੇਖਾਵਾਂ ਕਹਿ ਦਿੰਦੇ ਹਾਂ, ਦਿਸ਼ਾਂਸ਼ ਰੇਖਾਵਾਂ ਕਹਿ ਦਿੰਦੇ ਹਾਂ। ਬੱਚਿਓ, ਅਕਸ਼ਾਂਸ਼ ਰੇਖਾਵਾਂ ਉਹ ਕਾਲਪਿਤ ਰੇਖਾਵਾਂ ਨੇ ਜਿਹੜੀਆਂ ਕਿ ਇੱਕ ਧਰਤੀ ਤੇ ਖਿੱਚੀਆਂ ਗਈਆਂ ਹਨ ਤਾਂ ਕਿ ਧਰਤੀ ਨੂੰ ਅਸੀਂ ਸਮਝ ਸਕੀਏ। ਬੱਚਿਓ, ਧਰਤੀ ਨੂੰ ਸਮਝਣ ਲਈ ਵਿਗਿਆਨੀਆਂ ਨੇ ਗਲੋਬ ਉੱਤੇ ਕੁਝ ਕਾਲਪਨਿਕ ਰੇਖਾਵਾਂ ਬਣਾਈਆਂ ਹਨ। ਵਿਗਿਆਨੀਆਂ ਨੇ ਗਲੋਬ ਨੂੰ ਧਰਤੀ ਦਾ ਪ੍ਰਤੀਰੂਪ ਮੰਨਦਿਆਂ ਹੋਇਆਂ ਪੂਰਬ ਤੋਂ ਪੱਛਮ ਦਿਸ਼ਾ ਵੱਲ ਕਾਲਪਿਤ ਰੇਖਾਵਾਂ ਖਿੱਚੀਆਂ ਹਨ, ਜਿਨ੍ਹਾਂ ਨੂੰ ਅਕਸ਼ਾਂਸ਼ ਰੇਖਾਵਾਂ ਕਿਹਾ ਜਾਂਦਾ ਹੈ। ਇਹ ਸਾਰੀਆਂ ਰੇਖਾਵਾਂ ਗੋਲਾਕਾਰ ਰੂਪ ਵਿੱਚ ਹੀ ਹੁੰਦੀਆਂ ਹਨ। ਪਿਆਰੇ ਬੱਚਿਓ, ਇਹ ਭੂਮੱਧ ਰੇਖਾ ਦੇ ਬਿਲਕੁਲ ਸਮਾਂਤਰ ਹੁੰਦੀਆਂ ਹਨ। ਭੂਮੱਧ ਰੇਖਾ ਕੀ ਹੁੰਦੀ ਹੈ? ਭੂਮੱਧ ਰੇਖਾ ਬਿਲਕੁਲ ਧਰਤੀ ਦੇ ਵਿੱਚੋਂ ਇੱਕ ਕਾਲਪਨਿਕ ਰੇਖਾ ਹੈ, ਜਿਹੜੀ 0 ਡਿਗਰੀ ਅਕਸ਼ਾਂਸ਼ ਦੇ ਵਿੱਚ ਖਿੱਚੀ ਗਈ ਹੈ। ਇਹ ਰੇਖਾ ਜਿਹੜੀ ਹੈ ਪੂਰਬ ਤੋਂ ਪੱਛਮ ਵੱਲ ਖਿੱਚੀ ਗਈ ਹੈ, ਔਰ ਜਿੰਨੀਆਂ ਵੀ ਅਕਸ਼ਾਂਸ਼ ਰੇਖਾਵਾਂ ਨੇ ਉਹ ਸਾਰੀਆਂ ਇੱਕ ਭੂਮੱਧ ਰੇਖਾ ਦੇ ਸਮਾਂਤਰ ਖਿੱਚੀਆਂ ਜਾਂਦੀਆਂ ਹਨ। ਅਕਸ਼ਾਂਸ਼ ਰੇਖਾਵਾਂ ਗੋਲਾਕਾਰ 'ਚ ਹੁੰਦੀਆਂ ਹਨ ਔਰ ਭੂਮੱਧ ਰੇਖਾ ਦੇ ਬਿਲਕੁਲ ਪੈਰਲਲ ਹੁੰਦੀਆਂ ਹਨ। ਸਮਾਨ ਰੇਖਾਵਾਂ ਜਿਹੜੀਆਂ ਹੈ ਉਹ ਇਹਦੇ ਨਾਲ ਦੇ ਨਾਲ, ਭੂਮੱਧ ਰੇਖਾ ਦੇ ਨਾਲ ਅਕਸ਼ਾਂਸ਼ ਰੇਖਾਵਾਂ ਸਾਨੂੰ ਦਿਖਦੀਆਂ ਹਨ। ਪਿਆਰੇ ਬੱਚਿਓ, ਭੂਮੱਧ ਰੇਖਾ ਦੇ ਨਾਲ ਜਿਹੜੀਆਂ ਹੋਰ ਮੁੱਖ ਅਕਸ਼ਾਂਸ਼ ਰੇਖਾਵਾਂ ਨੇ ਹਨ, ਉਹ ਕਰਕ ਰੇਖਾ, ਮਕਰ ਰੇਖਾ ਹੈ। ਕਰਕ ਰੇਖਾ ਤੇ ਮਕਰ ਰੇਖਾ ਇਹ 23.5 ਡਿਗਰੀ ਅਕਸ਼ਾਂਸ਼ ਵਿੱਚ ਖਿੱਚੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ, ਅਕਸ਼ਾਂਸ਼ ਰੇਖਾਵਾਂ ਸਾਡੇ ਲਈ ਬਹੁਤ ਹੀ ਮਹੱਤਵ ਰੱਖਦੀਆਂ ਹਨ। ਕਿਉਂ ਮਹੱਤਵ ਰੱਖਦੀਆਂ ਹਨ? ਬੱਚਿਓ, ਅਕਸ਼ਾਂਸ਼ ਰੇਖਾਵਾਂ ਥਾਈਂ ਅਸੀਂ ਕਿਸੇ ਵੀ ਦੇਸ਼ ਦੀ ਸਥਿਤੀ ਬਾਰੇ ਪਤਾ ਲਗਾ ਸਕਦੇ ਹਾਂ, ਉਹ ਕਿੱਥੇ ਕਿਹੜੀ ਅਕਸ਼ਾਂਸ਼ ਰੇਖਾਵਾਂ ਦੇ ਹਨ। ਔਰ ਨਾਲ ਦੇ ਨਾਲ ਅਕਸ਼ਾਂਸ਼ ਰੇਖਾਵਾਂ ਸਾਨੂੰ ਕਿਸੇ ਵੀ ਦੇਸ਼ ਦੇ ਤਾਪਮਾਨ ਬਾਰੇ ਦੱਸ ਸਕਦੀ ਹੈ। ਸਮਾਂਤਰ ਰੇਖਾਵਾਂ ਉਹ ਰੇਖਾਵਾਂ ਹੁੰਦੀਆਂ ਹਨ ਜਿਹੜੇ ਕਿ ਸੇਮ ਤਾਪਮਾਨ ਵਾਲੇ ਏਰੀਏ ਨੂੰ ਆਪਸ ਦੇ ਵਿੱਚ ਮਿਲਾਉਂਦੀਆਂ ਹਨ। ਅਕਸ਼ਾਂਸ਼ ਰੇਖਾਵਾਂ ਸਾਨੂੰ ਬਿਲਕੁਲ ਤਾਪਮਾਨ ਬਾਰੇ ਦੱਸਦੀਆਂ ਹਨ ਔਰ ਅਤੇ ਸਾਨੂੰ ਇਹ ਵੀ ਦੱਸਦੀਆਂ ਹਨ ਵੀ ਉੱਥੇ ਕਿਸ ਪ੍ਰਕਾਰ ਦਾ ਤਾਪਮਾਨ ਜਿਹੜਾ ਹੈ, ਉੱਥੇ ਵਰਖਾ ਜ਼ਿਆਦਾ ਹੁੰਦੀ ਹੈ ਜਾਂ ਵਰਖਾ ਘੱਟ ਹੁੰਦੀ ਹੈ। ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਭੂਮੱਧ ਰੇਖਾ ਬਿਲਕੁਲ ਧਰਤੀ ਦੇ ਵਿੱਚੋਂ ਗੁਜ਼ਰਦੀ ਹੈ, ਬਿਲਕੁਲ ਮਿਡਲ ਦੇ ਵਿੱਚੋਂ ਗੁਜ਼ਰਦੀ ਹੈ, ਜਿਸ ਕਾਰਨ ਇਹ ਧਰਤੀ ਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੰਦੀ ਹੈ। ਅਕਸ਼ਾਂਸ਼ ਰੇਖਾਵਾਂ, ਜਿਸ ਤਰ੍ਹਾਂ ਤੁਸੀਂ ਚਿੱਤਰ ਦੇ ਵਿੱਚ ਵੀ ਦੇਖ ਰਹੇ ਹੋ ਕਿ ਜਿਹੜੀਆਂ ਅਕਸ਼ਾਂਸ਼ ਰੇਖਾਵਾਂ ਨੇ ਇਹ ਧਰਤੀ ਨੂੰ 2 ਹਿੱਸਿਆਂ 'ਚ, ਭੂਮੱਧ ਰੇਖਾ ਧਰਤੀ ਨੂੰ 2 ਹਿੱਸਿਆਂ 'ਚ ਵੰਡ ਦਿੰਦੀ ਹੈ। ਉੱਪਰਲੇ ਹਿੱਸੇ ਨੂੰ ਅਸੀਂ ਉੱਤਰੀ ਗੋਲਾਰਧ ਕਹਿ ਦਿੰਦੇ ਹਾਂ ਔਰ ਥੱਲੜੇ ਹਿੱਸੇ ਨੂੰ ਅਸੀਂ ਦੱਖਣੀ ਗੋਲਾਰਧ ਕਹਿ ਦਿੰਦੇ ਹਾਂ। ਅਕਸ਼ਾਂਸ਼ ਰੇਖਾਵਾਂ ਗਲੋਬ ਦੇ ਅੱਧ ਵਿਚਕਾਰੋਂ ਪੂਰਬ ਤੋਂ ਪੱਛਮ ਦਿਸ਼ਾ ਵੱਲ ਨੂੰ ਖਿੱਚੀਆਂ ਗਈਆਂ ਰੇਖਾਵਾਂ ਹੁੰਦੀਆਂ ਹਨ। ਇਹ ਇੱਕ ਕਾਲਪਨਿਕ ਰੇਖਾਵਾਂ ਹਨ ਜੋ ਧਰਤੀ ਨੂੰ 2 ਸਮਾਨ ਅਰਧ ਭਾਗਾਂ ਵਿੱਚ ਵੰਡ ਦਿੰਦੀ ਹੈ।
ਅਕਸ਼ਾਂਸ਼ ਰੇਖਾਵਾਂ ਸਾਰੀਆਂ ਹੀ ਗੋਲਾਕਾਰ ਰੂਪ ਵਿੱਚ ਹੁੰਦੀਆਂ ਹਨ ਜੋ ਭੂ-ਮੱਧ ਰੇਖਾ ਦੇ ਸਮਾਂਤਰ ਹੁੰਦੀਆਂ ਹਨ। ਬੱਚਿਓ, ਅਕਸ਼ਾਂਸ਼ ਰੇਖਾਵਾਂ ਦੇ ਨਾਲ-ਨਾਲ ਅਸੀਂ ਦੇਸ਼ਾਂਤਰ ਰੇਖਾਵਾਂ ਨੂੰ ਵੀ ਨਹੀਂ ਭੁੱਲ ਸਕਦੇ, ਕਿਉਂਕਿ ਦੇਸ਼ਾਂਤਰ ਰੇਖਾਵਾਂ ਵੀ ਆਪਣਾ ਬਹੁਤ ਮਹੱਤਵ ਰੱਖਦੀਆਂ ਹਨ। ਹਰ ਇੱਕ ਦੇਸ਼ ਦਾ ਇੱਕ ਵੱਖਰਾ ਸਮਾਂ ਹੁੰਦਾ ਹੈ। ਦੇਸ਼ਾਂਤਰ ਰੇਖਾਵਾਂ ਜਿਹੜੀਆਂ ਹੁੰਦੀਆਂ ਹਨ, ਇਹ ਧਰਤੀ ਦੇ ਮਾਡਲ ਉੱਤੇ ਉੱਤਰ ਤੋਂ ਦੱਖਣ ਵੱਲ ਨੂੰ ਖਿੱਚੀਆਂ ਗਈਆਂ ਰੇਖਾਵਾਂ ਹੁੰਦੀਆਂ ਹਨ। ਇਹ ਰੇਖਾਵਾਂ ਸਮਾਂਤਰ ਨਹੀਂ ਹੁੰਦੀਆਂ। ਜਿਸ ਤਰ੍ਹਾਂ ਅਕਸ਼ਾਂਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ, ਇਹ ਇੱਕ ਦੂਜੇ ਦੇ ਪੈਰਲਲ ਹੁੰਦੀਆਂ ਹਨ, ਲੇਕਿਨ ਜਿਹੜੀਆਂ ਦੇਸ਼ਾਂਤਰ ਰੇਖਾਵਾਂ ਹੁੰਦੀਆਂ ਹਨ, ਇਹ ਪੈਰਲਲ ਨਹੀਂ ਹੁੰਦੀਆਂ, ਇਹ ਸਗੋਂ ਗੋਲਾਕਾਰ ਹੁੰਦੀਆਂ ਹਨ। ਦੇਸ਼ਾਂਤਰ ਰੇਖਾਵਾਂ ਮੁੱਖ ਅਧਿਐਨ ਰੇਖਾ 0 ਡਿਗਰੀ ਦੇਸ਼ਾਂਤਰ ਹੁੰਦੀ ਹੈ, ਜੋ ਸਾਡੀ ਧਰਤੀ ਤੇ ਬੱਚਿਓ ਕੁੱਲ ਦੇਸ਼ਾਂਤਰ ਰੇਖਾਵਾਂ 360 ਹੁੰਦੀਆਂ ਹਨ। 180 ਦੇਸ਼ਾਂਤਰ ਡਿਗਰੀ ਤੇ ਫਰਕ ਦੇ ਨਾਲ ਮੁੱਖ ਅਧਿਐਨ ਰੇਖਾ ਦੇ ਪੂਰਬ ਅਤੇ ਪੱਛਮ ਦਿਸ਼ਾ ਵੱਲ ਵੱਖ-ਵੱਖ ਖਿੱਚੇ ਗਏ ਹਨ। ਦੇਸ਼ਾਂਤਰ ਰੇਖਾਵਾਂ ਕਾਫੀ ਮਹੱਤਵ ਰੱਖਦੀਆਂ ਹਨ। ਜਿਸ ਤਰ੍ਹਾਂ ਅਕਸ਼ਾਂਸ਼ ਰੇਖਾਵਾਂ ਸਾਨੂੰ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਜਗ੍ਹਾ ਦਾ ਤਾਪਮਾਨ ਬਾਰੇ ਦੱਸਦੀਆਂ ਹਨ, ਇਸੇ ਪ੍ਰਕਾਰ ਦੇਸ਼ਾਂਤਰ ਰੇਖਾਵਾਂ ਸਾਨੂੰ ਕਿਸੇ ਵੀ ਦੇਸ਼ ਦੇ ਸਮੇਂ ਦੇ ਬਾਰੇ ਦੱਸਦੀਆਂ ਹਨ। ਇਹ ਦੇਸ਼ਾਂਤਰ ਰੇਖਾਵਾਂ ਦੀ 0 ਡਿਗਰੀ ਤੋਂ ਜੇ ਅਸੀਂ ਪੂਰਬ ਵੱਲ ਜਾਂਦੇ ਹਾਂ ਤੇ ਸਮਾਂ ਪਿੱਛੇ ਅੱਗੇ ਹੁੰਦਾ ਹੈ, ਔਰ ਜੇ ਅਸੀਂ ਪੱਛਮ ਵੱਲ ਨੂੰ ਜਾਂਦੇ ਹਾਂ ਤੇ ਸਮਾਂ ਜਿਹੜਾ ਹੈ ਉਹ ਪਿੱਛੇ ਹੁੰਦਾ ਹੈ। ਦੇਸ਼ਾਂਤਰ ਦੀ ਮਦਦ ਨਾਲ ਅਸੀਂ ਕਿਸੇ ਵੀ ਸਥਾਨ ਦਾ ਸਥਾਨਕ ਸਮਾਂ ਕੱਢ ਸਕਦੇ ਹਾਂ। ਪਿਆਰੇ ਬੱਚਿਓ, ਜਿਹੜੀ ਸਾਡੀ 0 ਡਿਗਰੀ ਦੇਸ਼ਾਂਤਰ ਰੇਖਾ ਹੈ ਉਹ ਗ੍ਰੀਨਵਿਚ ਵਿੱਚੋਂ ਹੋ ਕੇ ਨਿਕਲਦੀ ਹੈ, ਜਿਹਨੂੰ ਅਸੀਂ ਗ੍ਰੀਨਵਿਚ ਮੀਨ ਟਾਈਮ ਵੀ ਕਹਿ ਦਿੰਦੇ ਹਾਂ। ਗ੍ਰੀਨਵਿਚ ਪੂਰਬ ਤੋਂ ਦੇਸ਼ਾਂ ਦਾ ਸਮਾਂ ਹਰ 1 ਡਿਗਰੀ ਦੇਸ਼ਾਂਤਰ ਦੇ ਹਿਸਾਬ ਨਾਲ ਗ੍ਰੀਨਵਿਚ ਨਾਲੋਂ 4 ਮਿੰਟ ਅੱਗੇ ਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਪੂਰਬ ਦੀ ਸਥਿਤੀ ਦਾ ਸਥਾਨ ਦਾ ਸਮਾਚਾਰ ਮਿਲਣ ਪ੍ਰਾਪਤ ਡਿਗਰੀ ਦੇਸ਼ਾਂਤਰ ਨਾਲੋਂ ਗ੍ਰੀਨਵਿਚ ਨਾਲੋਂ ਪਿੱਛੇ ਹੁੰਦਾ ਹੈ। ਧਰਤੀ ਦੇ ਆਪਣੀ ਧੁਰੀ ਦੁਆਲੇ ਘੁੰਮਦੇ ਇਸ ਦੇ ਹਰ ਦੇਸ਼ਾਂਤਰ 24 ਘੰਟਿਆਂ ਸੂਰਜ ਅੱਗੇ ਲੰਘਦਾ ਹੈ। ਭਾਰਤ ਦਾ ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਕੀਤਾ ਹੈ ਕਿ ਗ੍ਰੀਨਵਿਚ ਤੋਂ ਹੀ ਅਸੀਂ ਸਥਾਨਕ ਸਮਾਂ ਦਾ ਅੰਦਾਜ਼ਾ ਲਾ ਸਕਦੇ ਹਾਂ। ਸੋ ਇਹਦੇ ਨਾਲ ਸਾਡਾ ਜਿਹੜਾ ਹੈ ਉਹ 2 ਤਰ੍ਹਾਂ ਦੇ ਸਮੇਂ ਸਾਹਮਣੇ ਆ ਜਾਂਦੇ ਹਨ, ਸਥਾਨਕ ਸਮਾਂ ਤੇ ਪ੍ਰਮਾਣਿਕ ਸਮਾਂ। ਬੱਚਿਓ, ਪ੍ਰਮਾਣਿਕ ਸਮਾਂ ਕਿਸੇ ਵੀ ਦੇਸ਼ ਦਾ ਇੱਕ ਮੰਨਿਆ ਹੋਇਆ ਸਮਾਂ ਹੁੰਦਾ ਹੈ, ਔਰ ਸਥਾਨਕ ਸਮਾਂ ਦੇਸ਼ਾਂਤਰ ਦੇ ਸਮੇਂ ਦੇ ਅਕੋਰਡਿੰਗ ਹੁੰਦਾ ਹੈ। ਜਿੱਦਾਂ ਕਿਸੇ ਦੇਸ਼ ਦੇ ਇੱਕ ਸਥਾਨ ਤੇ ਸਥਾਨਕ ਸਮੇਂ ਵਿੱਚ ਅਤੇ ਦੂਸਰੇ ਸਥਾਨ ਦੇ ਸਥਾਨਕ ਸਮੇਂ ਵਿੱਚ ਫਰਕ ਕਰਕੇ ਕਈ ਮੁਸ਼ਕਲਾਂ ਆਉਂਦੀਆਂ ਹਨ। ਇਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਅਸੀਂ ਇੱਕ ਪ੍ਰਮਾਣਿਕ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ। ਪ੍ਰਮਾਣਿਕ ਸਮਾਂ ਕੀ ਹੁੰਦਾ ਹੈ? ਕਿਸੇ ਵੀ ਦੇਸ਼ ਦੇ ਮੱਧਵਰਤੀ ਸਥਿਤੀ ਵਾਲੇ ਸਥਾਨ ਨੂੰ ਜਿਹੜਾ ਸਮਾਂ ਹੁੰਦਾ ਹੈ, ਉਸ ਦੇਸ਼ਾਂਤਰ ਰੇਖਾ ਤੇ ਜਿਹੜਾ ਸਮਾਂ ਹੁੰਦਾ ਹੈ, ਉਸੇ ਨੂੰ ਅਸੀਂ ਪ੍ਰਮਾਣਿਕ ਸਮਾਂ ਮੰਨ ਲੈਂਦੇ ਹਾਂ। ਪਿਆਰੇ ਬੱਚਿਓ, ਭਾਰਤ ਦਾ ਪ੍ਰਮਾਣਿਕ ਸਮਾਂ 82 ਡਿਗਰੀ 30 ਈਸਟ ਦੇ ਵਿੱਚ ਜਿਹੜਾ ਉਹ ਅਸੀਂ ਮੰਨਿਆ ਹੈ। ਇਹਦੇ ਨਾਲ ਕੀ ਹੁੰਦਾ ਹੈ, ਉਹ ਇੱਕ ਪ੍ਰਮਾਣਿਕ ਸਮਾਂ ਮੰਨਣ ਦੇ ਨਾਲ ਪੂਰੇ ਦੇਸ਼ ਦੇ ਵਿੱਚ ਸਾਰੀਆਂ ਥਾਵਾਂ ਦੇ ਵਿੱਚ ਉਹ ਸਮਾਂ ਮੰਨਿਆ ਜਾਂਦਾ ਹੈ। ਬੱਚਿਓ, ਜਿਸ ਤਰ੍ਹਾਂ ਕਿ ਅਸੀਂ ਦੇਸ਼ਾਂਤਰ ਅਤੇ ਅਕਸ਼ਾਂਸ਼ ਰੇਖਾਵਾਂ ਬਾਰੇ ਪੜ੍ਹਿਆ ਹੈ, ਇਸੇ ਤਰ੍ਹਾਂ ਸੂਰਜ ਅਕਸ਼ਾਂਸ਼ ਰੇਖਾਵਾਂ ਦੀ ਮਦਦ ਦੇ ਨਾਲ ਅਸੀਂ ਧਰਤੀ ਨੂੰ ਕਈ ਤਾਪ ਖੰਡਾਂ ਵਿੱਚ ਵੀ ਵੰਡ ਦਿੰਦੇ ਹਾਂ। ਅਕਸ਼ਾਂਸ਼ ਧਰਤੀ ਨੂੰ ਵੱਖਰੇ ਤਾਪ ਖੰਡਾਂ ਵਿੱਚ ਵੰਡਦੇ ਹੋਏ ਵੱਖਰਾ ਤਾਪਮਾਨ ਪ੍ਰਾਪਤ ਕਰਦੇ ਹਨ। ਸੂਰਜ ਦੀਆਂ ਕਿਰਨਾਂ ਕਿਰਨਾਂ ਧਰਤੀ ਦੇ ਸਿੱਧੀਆਂ ਪੈਂਦੀਆਂ ਹਨ, ਉਹ ਘੱਟ ਜਗ੍ਹਾ ਘੇਰਦੀਆਂ ਹਨ, ਜਿਸ ਕਰਕੇ ਉਹਨਾਂ ਦੀ ਗਰਮੀ ਵੱਧ ਹੁੰਦੀ ਹੈ, ਔਰ ਜਿਹੜੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਉੱਥੇ ਗਰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹਨ। ਧਰਤੀ ਦਾ ਮੱਧ ਵਰਗੀ ਭਾਗ ਭੂ-ਮੱਧ ਰੇਖਾ ਸੂਰਜ ਦੇ ਬਿਲਕੁਲ ਹੀ ਸਾਹਮਣੇ ਹੋਣ ਦੇ ਕਾਰਨ ਇੱਥੇ ਸਾਰਾ ਸਾਲ ਗਰਮੀ ਹੁੰਦੀ ਹੈ, ਔਰ ਸਾਡੇ ਜਿਹੜੇ ਵੀ ਧਰੁਵ ਨੇ ਉਹ ਸੂਰਜ ਤੋਂ ਥੋੜੀ ਦੂਰ ਹੋਣ ਕਾਰਨ, ਕਿਰਨਾਂ ਉਹਨਾਂ ਦੀਆਂ ਤਿਰਛੀਆਂ ਹੋਣ ਕਾਰਨ ਇੱਥੇ ਸੂਰਜ ਤਾਪਮਾਨ ਘਟਦਾ ਜਾਂਦਾ ਹੈ। ਸੋ ਸੂਰਜ ਦੀ ਗਰਮੀ ਦੇ ਕਾਰਨ ਅਸੀਂ ਇਹਨੂੰ 3 ਤਾਪ ਖੰਡਾਂ ਦੇ ਵਿੱਚ ਵੰਡ ਦਿੰਦੇ ਹਾਂ। ਸਭ ਤੋਂ ਪਹਿਲਾਂ ਆ ਜਾਂਦਾ ਹੈ ਉਸ਼ਨ ਤਾਪ ਖੰਡ, ਜਿਹਦੇ ਵਿੱਚ ਸਾਰਾ ਸਾਲ ਗਰਮ ਰਹਿੰਦਾ ਹੈ, ਸਾਰਾ ਸਾਲ ਬਾਰਿਸ਼ ਆਉਂਦੀ ਹੈ। ਇਹ 0 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਰਹਿੰਦਾ ਹੈ। ਦੂਸਰਾ ਉਸ਼ਨ ਖੰਡ ਜਿਹੜਾ ਹੈ 23 ਡਿਗਰੀ ਤੋਂ ਲੈ ਕੇ 66 ਡਿਗਰੀ ਤੱਕ ਹੁੰਦਾ ਹੈ, ਜਿਹੜਾ ਕਿ ਜਿੱਥੇ ਤਾਪਮਾਨ ਬਿਲਕੁਲ ਬਰਾਬਰ ਹੁੰਦਾ ਹੈ, ਗਰਮੀ 'ਚ ਬਹੁਤ ਗਰਮੀ ਹੁੰਦੀ ਹੈ ਔਰ ਸਰਦੀ ਵਿੱਚ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ। ਤੀਸਰਾ ਸ਼ੀਤ ਖੰਡ ਹੁੰਦਾ ਹੈ, ਜਿਹੜਾ 66 ਡਿਗਰੀ ਤੋਂ ਲੈ ਕੇ 90 ਡਿਗਰੀ ਧਰੁਵ ਤੱਕ ਹੁੰਦਾ ਹੈ।
ਔਰ ਇਹਦੇ ਵਿੱਚ ਸਾਰਾ ਸਾਲ ਸੂਰਜ ਦੀ ਰੋਸ਼ਨੀ, ਸੂਰਜ ਦੀ ਗਰਮੀ ਘੱਟ ਪ੍ਰਾਪਤ ਹੋਣ ਦੇ ਕਾਰਨ ਇੱਥੇ ਸਾਰਾ ਸਾਲ ਸ਼ੀਤ ਲਹਿਰ ਚੱਲਦੀ ਰਹਿੰਦੀ ਹੈ। ਇਸ ਕਰਕੇ ਇਹਨੂੰ ਸ਼ੀਤ ਖੰਡ ਕਿਹਾ ਜਾਂਦਾ ਹੈ। ਸਾਰਾ ਸਾਲ ਇੱਥੇ ਬਰਫ਼ ਜੰਮੀ ਰਹਿੰਦੀ ਹੈ। ਪਿਆਰੇ ਬੱਚਿਓ, ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਅਸੀਂ ਆਪਣੇ ਗਲੋਬ ਮਾਡਲ ਬਾਰੇ ਪੜ੍ਹਿਆ ਹੈ, ਗਲੋਬ ਪੜ੍ਹਿਆ ਹੈ, ਧਰਤੀ ਬਾਰੇ ਪੜ੍ਹਿਆ ਹੈ। ਉਹਦੇ ਅਸੀਂ ਸੂਰਜ ਦੀ ਰੋਸ਼ਨੀ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਉਹ ਪੜ੍ਹਿਆ ਹੈ। ਸੋ ਗਲੋਬ ਜਿਹੜਾ ਹੈ ਉਹ ਸਾਨੂੰ ਸੂਰਜ ਬਾਰੇ, ਸਾਨੂੰ ਧਰਤੀ ਬਾਰੇ ਜਿਹੜਾ ਹੈ ਉਹ ਕਲੀਅਰ ਕੱਟ ਦੱਸਦਾ ਹੈ। ਪਿਆਰੇ ਬੱਚਿਓ, ਇਸੇ ਪ੍ਰਕਾਰ ਮੈਂ ਆਸ ਕਰਦੀ ਹਾਂ ਕਿ ਤੁਸੀਂ ਧਰਤੀ ਦੇ ਤਾਪਖੰਡ, ਧਰਤੀਆਂ ਦੀ ਅਕਸ਼ਾਂਸ਼ ਰੇਖਾਵਾਂ, ਦਸ਼ਾਂਸ਼ ਰੇਖਾਵਾਂ, ਇਹ ਸਾਰਾ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਕਿ ਅਕਸ਼ਾਂਸ਼ ਰੇਖਾਵਾਂ ਸਾਨੂੰ ਕੀ ਮਹੱਤਵ ਦਿੰਦੀਆਂ ਹਨ, ਦੇਸ਼ਾਂਤ ਰੇਖਾਵਾਂ ਸਾਨੂੰ ਕੀ ਮਹੱਤਵ ਦਿੰਦੀਆਂ ਹਨ, ਔਰ ਗਲੋਬ ਸਾਡੇ ਲਈ ਕਿਉਂ ਜ਼ਰੂਰੀ ਹੈ। ਸੋ ਇਸੇ ਨਾਲ ਪਿਆਰੇ ਬੱਚਿਓ ਅਸੀਂ ਅੱਜ ਦਾ ਇਹ ਪਾਠ ਸਮਾਪਤ ਕਰਦੇ ਹਾਂ। ਮੈਂ ਆਸ ਕਰਦੀ ਹਾਂ ਤੁਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਧੰਨਵਾਦ।